ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ। ਆਪਾਂ ਰਿਸਰਚ ਡਿਜ਼ਾਈਨ ਜੇ ਤੇ ਤੀਜੇ ਲੈਕਚਰ ਤੀਜੇ ਪਾਰਟ ਦੇ ਹੁਣ ਆਪਾਂ ਚਰਚਾ ਕਰਾਂਗੇ। ਰਿਸਰਚ ਡਿਜ਼ਾਈਨ ਦੇ ਪ੍ਰਕਾਰ ਕਿੰਨੇ ਪ੍ਰਕਾਰ ਦੇ ਰਿਸਰਚ ਡਿਜ਼ਾਈਨ ਜੇ ਆਪਾਂ ਫਰੇਮਵਰਕ ਬਣਾਉਂਦੇ ਆ, ਜੇ ਆਪਾਂ ਆਊਟਲਾਈਨ ਬਣਾਉਂਦੇ ਆ ਸਾਡੀ ਅਨੁਸੰਧਾਨ ਦੀ, ਸਾਡੀ ਖੋਜ ਦੀ, ਉਹ ਕਿਸ ਪ੍ਰਕਾਰ ਦੀ ਕਿੰਨੇ ਪ੍ਰਕਾਰ ਦੀ ਹੋ ਸਕਦੀ ਆ। ਆਪਾਂ तीन टाइप ऑफ रिसर्च तीन तरह ਦੇ रिसर्च डिजाइन ਦੇ ਵਿਸ਼ੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਐਕਸਪਲੋਰੇਟਰੀ ਰਿਸਰਚ ਸਟੱਡੀ, ਤੇ ਦੂਜੀ ਹੁੰਦੀ ਹੈ ਡਿਸਕ੍ਰਿਪਟਿਵ ਰਿਸਰਚ ਸਟੱਡੀ, ਤੇ ਤੀਜੀ ਹੁੰਦੀ ਹੈ ਕੌਜ਼ਲ, ਉਹਨੂੰ ਕਹਿੰਦੇ ਕੇਸ ਸਟੱਡੀ, ਹਾਈਪੋਥੇਸਿਸ ਟੈਸਟਿੰਗ ਵੀ ਕਹਿੰਦੇ ਉਹਨੂੰ। ਉਹ ਉਸ ਪ੍ਰਕਾਰ ਦੀ ਰਿਸਰਚ ਸਟੱਡੀ। जो एक्सप्लोरेटरी रिसर्च स्टडी होंगी है ਉਹਨੂੰ ਆਪਾਂ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਪੜਤਾਲ ਕਰਨ ਵਾਲਾ। ਪੜਤਾਲ ਕਰਨ ਵਾਲੇ ਰਿਸਰਚ ਨੂੰ ਆਪਾਂ ਕਹਿੰਦੇ ਐਕਸਪਲੋਰ ਕਰਨਾ, ਜਾਂਚ ਪੜਤਾਲ ਕਰਨਾ ਕਿਸੇ ਵੀ ਰਿਸਰਚ ਟੌਪਿਕ ਉੱਤੇ। ਤਾਂ ਉਸ ਤਰ੍ਹਾਂ ਦੀ ਜੋ ਰਿਸਰਚ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਐਕਸਪਲੋਰੇਟਰੀ ਰਿਸਰਚ। ਡਿਸਕ੍ਰਿਪਟਿਵ ਰਿਸਰਚ ਜੇ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਕਿਸੇ ਵੀ ਪ੍ਰਕਾਰ ਦੀ, ਜਿੱਦਾਂ ਮੈਡੀਕਲ ਵਿੱਚ ਆਪਾਂ ਰਿਸਰਚ ਕਰਾਂਗੇ ਕਿਸੇ ਵੀ ਨਿਦਾਨ ਲਈ, ਤੇ ਆਪਾਂ ਡਿਸਕ੍ਰਾਈਬ ਕਰਾਂਗੇ, ਜਿਹਦਾ ਆਪਾਂ ਵਰਣਨ ਕਰਾਂਗੇ, ਜਿਹਦਾ ਵਰਣਨਯੋਗ ਰਿਸਰਚ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਡਿਸਕ੍ਰਿਪਟਿਵ ਰਿਸਰਚ। ਉਦਾਹਰਨ ਦੇ ਤੌਰ 'ਤੇ ਜਿੱਦਾਂ ਇਹ ਕੋਵਿਡ ਦੀ ਵੈਕਸੀਨ ਆਈ ਹੈ, ਇਹ ਕਿਸੇ ਬਿਮਾਰੀ ਦਾ ਨਿਦਾਨ ਕਰਨ ਲਈ, ਜੇ ਇਲਾਜ ਕਰਨ ਲਈ ਜੇ ਦਵਾਈ ਆਈ ਹੈ, ਉਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਪ੍ਰਕਾਰ ਦੀ ਰਿਸਰਚ। ਕਿਹੜੇ ਪ੍ਰਕਾਰ ਦੀ ਰਿਸਰਚ ਕੀਤੀ ਸੀਗੀ, ਨਿਦਾਨ ਕੀਤਾ ਸੀਗੀ, ਤੇ ਇਹ ਡਿਸਕ੍ਰਿਪਟਿਵ ਵਰਣਨ ਕੀਤਾ ਸੀ। ਤੇ ਕੋਵਿਡ ਜੇ ਬਿਮਾਰੀ ਹੈ ਉਹ ਕਿਸ ਪ੍ਰਕਾਰ ਦੀ ਬਿਮਾਰੀ ਹੈ, ਉਹਦੇ ਲੱਛਣ ਕਿਹੜੇ ਹੁੰਦੇ ਹੈ, ਤੇ ਉਹਨੂੰ ਕਿਸ ਤਰ੍ਹਾਂ ਆਪਾਂ ਠੀਕ ਕਰ ਸਕਦੇ ਹਾਂ। ਤੇ ਤੀਜੀ ਪ੍ਰਕਾਰ ਦੀ ਹੁੰਦੀ ਹੈ ਜਿਹਦਾ ਆਪਾਂ ਕਿਆਸ ਲਗਾਉਣੇ ਆ, ਉਹਨੂੰ ਆਪਾਂ ਹਾਈਪੋਥੇਸਿਸ ਟੈਸਟਿੰਗ ਕਹਿੰਦੇ ਆ। ਉਸ ਬਾਰੇ ਆਪਾਂ ਸੰਬੰਧ ਜੇ ਆਪਾਂ ਆਖਦੇ ਆ ਕਿ ਜਿਹਦਾ ਆਪਾਂ ਡਿਸਕਸ ਕੀਤਾ ਸੀ ਕਿ ਮੀਂਹ ਪੈਂਦਾ ਹੈ ਤੇ ਉਹਦਾ ਸੰਬੰਧ ਸਾਡੀ ਖਰੀਫ ਲਈ, ਸਾਡੀ ਉਪਜ ਜੇ ਹੁੰਦੀ ਹੈ ਇਹ ਕਿਸ ਪ੍ਰਕਾਰ ਦੀ ਹੋਈ ਹੈ, ਈਲਡ ਕਿਸ ਪ੍ਰਕਾਰ ਦੀ ਹੋਈ ਹੈ, ਉਹਨੂੰ ਆਪਾਂ ਕਹਿੰਦੇ ਆ ਕੌਜ਼ਲ ਰਿਸਰਚ। ਇਹ ਆਪਾਂ ਇੱਕ ਓਵਰਵਿਊ ਲੈਂਦੇ ਆ, ਜੋ ਰਿਸਰਚ ਡਿਜ਼ਾਈਨ ਦਾ ਓਵਰਵਿਊ ਹੁੰਦਾ ਹੈ ਕਿ ਕਿਸ ਤਰ੍ਹਾਂ ਸੇ ਕਿਹੜੀ ਰਿਸਰਚ ਕਿਸ ਪ੍ਰਕਾਰ ਦੀ ਰਿਸਰਚ ਆਪਾਂ ਕਰ ਸਕਦੇ ਹਾਂ। ਇੱਕ ਹੁੰਦੀ ਐਕਸਪਲੋਰੇਟਰੀ ਰਿਸਰਚ, ਉਹਨੂੰ ਆਪਾਂ ਹਾਈਪੋਥੇਸਿਸ ਡਿਵੈਲਪ ਕਰਦੇ, ਜਿਹਦਾ ਆਪਾਂ ਕਿਆਸ ਲਗਾਉਂਦੇ ਆ, ਜਿਹਦਾ ਆਪਾਂ ਕੋਈ ਵੀ ਆਈਡੀਆ ਨਾਲ ਕਿਸੇ ਵੀ ਕੰਸੈਪਟ ਜੋ ਆਪਾਂ ਸਾਡੀ ਸੋਚ ਹੈਗੀ ਉਹਨੂੰ ਆਪਾਂ ਕਲੀਅਰ ਕਰਦੇ ਆ, ਉਹਨੂੰ ਆਪਾਂ ਹੋਰ ਚੰਗੀ ਤਰ੍ਹਾਂ ਤੋਂ ਸਾਫ ਸੁਥਰਾ ਕਰਦੇ ਆ, ਉਹਨੂੰ ਵੀ ਆਪਾਂ ਐਕਸਪਲੋਰੇਟਰੀ ਰਿਸਰਚ ਉੱਤੇ ਆਖ ਸਕਦੇ ਹਾਂ। ਤੇ ਦੂਜੀ ਹੁੰਦੀ ਹੈ ਡਿਸਕ੍ਰਿਪਟਿਵ ਰਿਸਰਚ, ਆਪਾਂ ਕਿਸ ਤਰ੍ਹਾਂ ਇਹ ਸਾਡੀ ਰਿਸਰਚ ਕਰ ਸਕਦੇ ਹਾਂ ਉਹ ਵੀ ਆਪਾਂ ਹੁਣ ਵੇਖਾਂਗੇ। ਤੀਜੀ ਹੁੰਦੀ ਹੈ ਕੌਜ਼ਲ ਰਿਸਰਚ, ਜੇ ਹੁੰਦਾ ਹੈ ਇੱਕ ਪ੍ਰਕਾਰ ਦਾ ਰਿਲੇਸ਼ਨਸ਼ਿਪ, ਸੰਬੰਧ ਡਿਵੈਲਪ ਕਰਨਾ ਕਿਸੇ ਵੀ ਦੋ ਵੇਰੀਏਬਲ, ਤਿੰਨ ਵੇਰੀਏਬਲ ਦੇ ਉੱਤੇ। ਜਿੱਦਾਂ ਆਪਾਂ ਕਹਿ ਸਕਦੇ ਹਾਂ, ਜਿੱਦਾਂ ਇੱਕ ਆਪਾਂ ਐਗਜ਼ਾਮਪਲ ਲਿੱਤਾ ਸੀ, ਇੱਕ ਆਪਾਂ ਉਦਾਹਰਣ ਲਿੱਤਾ ਸੀ, ਜੇ ਜੋ ਇਨਸਾਨ ਜੋ ਵੀ ਬੰਦੇ ਜ਼ਿਆਦਾ ਬਟਰ ਖਾਂਦੇ ਆ ਉਹ ਜ਼ਿਆਦਾ ਮੋਟੇ ਹੋ ਸਕਦੇ ਆ। ਤਾਂ ਆਪਾਂ ਕਹਿ ਸਕਦੇ ਆ ਰਿਲੇਸ਼ਨਸ਼ਿਪ ਸੰਬੰਧ ਹੈਗਾ ਖਾਣ ਪੀਣ ਦੇ ਹੈਬਿਟਸ ਨਾਲ ਅਤੇ ਸਾਡੀ ਸਿਹਤ ਨਾਲ। ਤਾਂ ਇਹ ਦੋ ਪ੍ਰਕਾਰ ਦੇ ਵੇਰੀਏਬਲ ਦੇ ਵਿੱਚ ਆਪਾਂ ਸੰਬੰਧ ਡਿਵੈਲਪ ਕੀਤਾ ਹੈ, ਸੰਬੰਧ ਫਾਈਂਡ ਕੀਤਾ ਹੈ। ਤਾਂ ਆਪਾਂ ਉਹਨੂੰ ਕਹਿੰਦੇ ਕੌਜ਼ਲ ਇਫੈਕਟ। ਇੱਕ ਵੇਰੀਏਬਲ ਦਾ ਦੂਜੇ ਵੇਰੀਏਬਲ ਦੇ ਉੱਤੇ ਕੀ ਇਫੈਕਟ ਹੋਇਆ ਹੈ ਉਹਨੂੰ ਆਪਾਂ ਕਹਿੰਦੇ ਕੌਜ਼ਲ ਰਿਸਰਚ। ਤਾਂ ਸਭ ਤੋਂ ਪਹਿਲਾਂ ਆਪਾਂ ਡਿਟੇਲਡ ਚਰਚਾ ਕਰਾਂਗੇ ਐਕਸਪਲੋਰੇਟਰੀ ਰਿਸਰਚ ਉੱਤੇ ਕਿ ਐਕਸਪਲੋਰੇਟਰੀ ਰਿਸਰਚ ਕੀ ਹੁੰਦੀ ਹੈ। ਇਹ ਜੋ ਐਕਸਪਲੋਰੇਟਰੀ ਰਿਸਰਚ ਦੀ ਹੁੰਦੀ ਹੈ ਉਹ ਫਲੈਕਸੀਬਲ ਡਿਜ਼ਾਈਨ ਹੁੰਦੀ ਹੈ, ਉਹ ਫਿਕਸਡ ਨਹੀਂ ਹੁੰਦੀ। ਜਿੱਦਾਂ ਆਪਾਂ ਕਹਿ ਸਕਦੇ ਹਾਂ ਇੱਕ ਨਮੂਨਾ ਨਹੀਂ ਹੈਗਾ ਉਹਦਾ ਕਿ ਇਸ ਪ੍ਰਕਾਰ ਇਸ ਤਰ੍ਹਾਂ ਦੀ ਰਿਸਰਚ ਕਰੋਗੇ। ਇਹ ਇਸ ਤਰ੍ਹਾਂ ਦੀ ਜੋ ਰਿਸਰਚ ਹੁੰਦੀ ਹੈ ਉਹ ਵੱਖ-ਵੱਖ ਪਹਿਲੂ ਤੇ ਹੋ ਸਕਦੀ ਹੈ। ਜਿੱਦਾਂ ਆਪਾਂ ਇਸ ਪ੍ਰਕਾਰ ਕਹਿ ਸਕਦੇ ਜਿੱਦਾਂ ਖੋਜ ਦੀ ਨਜ਼ਰ ਹੋਵੇ, ਆਪੀ ਸਾਡੀ ਨਜ਼ਰ ਹੋਗੀ ਕਿ ਆਪਾਂ ਕੋਈ ਨਇਆ ਪ੍ਰਕਾਰ ਦਾ ਕੋਈ ਪਲਾਂਟ ਡਿਵੈਲਪ ਕਰਨਾ ਹੈ, ਕੋਈ ਆਪਾਂ ਸੌਫਟਵੇਅਰ ਡਿਵੈਲਪ ਕਰਨਾ, ਨਵਾਂ ਕੋਈ ਵੀ ਵਸਤੂ ਦੀ ਖੋਜ ਕਰਨੀ ਹੈ ਜਿੱਦਾਂ ਤਾਂ ਆਪਾਂ ਕਹਿ ਸਕਦੇ ਉਹ ਪ੍ਰਕਾਰ ਦੀ ਰਿਸਰਚ ਵੀ ਐਕਸਪਲੋਰੇਟਰੀ ਰਿਸਰਚ ਹੁੰਦੀ ਹੈ। ਜਿੱਦਾਂ ਨਵੇਂ ਵਿਚਾਰ ਲਾਉਣ ਵਾਸਤੇ ਆਪਾਂ ਕਰਦੇ ਹਾਂ,
ਜਾਂ ਤਾਂ ਫਿਰ ਆਪਾਂ ਸਮਝ ਦਾ ਵਿਕਾਸ, ਜਿੱਦਾਂ ਮੈਨੂੰ ਇੱਕ ਚੀਜ਼ ਦੀ ਸਮਝ ਹੈਗੀ ਪਰ ਉਸ ਚੀਜ਼ ਦੀ ਸਮਝ ਨੂੰ ਮੈਂ ਹੋਰ ਇਨ ਡੈਪਥ ਕਰਨਾ ਚਾਹੁੰਦੀ ਹਾਂ, ਹੋਰ ਡਿਟੇਲਡ ਨੌਲੇਜ ਗਿਆਨ ਉਹਦੇ ਲੈਣਾ ਚਾਹੁੰਦੀ ਆ ਉਹਦੇ ਉੱਤੇ, ਤਾਂ ਵੀ ਮੈਂ ਐਕਸਪਲੋਰੇਟਰੀ ਰਿਸਰਚ ਕਰਾਂਗੀ। ਤੇ ਦੂਜੀ ਹੋ ਸਕਦੀ ਹੈ ਕਿਸੇ ਵੀ ਟੌਪਿਕ ਉੱਤੇ ਹੋਰ ਸਪਸ਼ਟਤਾ ਪ੍ਰਾਪਤ ਕਰਨ ਲਈ, ਤੋਂ ਵੀ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਐਕਸਪਲੋਰੇਟਰੀ ਰਿਸਰਚ ਕਰ ਰਹੇ ਹਾਂ। ਜਿੱਦਾਂ ਆਪਾਂ ਇੱਕ ਉਦਾਹਰਣ ਇਹ ਵੀ ਲੈ ਸਕਦੇ ਹਾਂ, ਜਿੱਦਾਂ ਕੋਵਿਡ ਆਇਆ ਸੀ 2019 ਵੀ, ਉਹਦੀ ਜੇ ਸਿੰਪਟਮਸ ਸੀਗੇ ਉਹ ਦੂਜੇ ਸੀਗੇ, ਤੇ ਹੁਣ ਆਪਾਂ ਵੇਖਣ ਜਾਏ ਤਾਂ ਹਲੇ ਸਿੰਪਟਮਸ ਦੂਜੇ ਹੈਗੇ। ਤੇ ਇਹ ਇੱਕ ਟੌਪਿਕ ਉੱਤੇ ਹੋਰ ਸਪਸ਼ਟ ਵਿਊ ਲੈਣ ਵਾਸਤੇ, ਪ੍ਰਾਪਤ ਕਰਨ ਵਾਸਤੇ ਆਪਾਂ ਜੋ ਰਿਸਰਚ ਕਰਦੇ ਹਾਂ ਉਹਨੂੰ ਆਪਾਂ ਐਕਸਪਲੋਰੇਟਰੀ ਰਿਸਰਚ ਕਹਿ ਸਕਦੇ ਹਾਂ। ਜੇ ਐਕਸਪਲੋਰੇਟਰੀ ਰਿਸਰਚ ਹੁੰਦੀ ਹੈ ਇਹ ਗੈਰ ਸੰਗਠਿਤ ਹੁੰਦੀ ਹੈ, ਜਿੱਦਾਂ ਇਹਨੂੰ ਅਨਸਟਰਕਚਰਡ ਹੁੰਦੀ ਹੈ, ਉਹਦਾ ਕੋਈ ਸਟਰਕਚਰ ਨਹੀਂ ਹੈ, ਸੰਗਠਿਤ ਨਹੀਂ ਹੁੰਦੀ, ਇਸ ਪ੍ਰਕਾਰ ਦਾ ਫਰਮਾ ਨਹੀਂ ਹੈ ਉਹਦਾ ਕਿ ਆਪਾਂ ਇਸ ਫਰਮੇ ਨਾਲ ਉਹ ਰਿਸਰਚ ਕਰ ਸਕਦੇ ਹਾਂ। ਇਹ ਗੈਰ ਰਸਮੀ ਹੁੰਦੀ ਹੈ, ਉਹਨੂੰ ਇਨਫਾਰਮਲ ਰਿਸਰਚ ਕਹਿੰਦੇ ਆ ਆਪਾਂ। ਤੇ ਜਿਹੜੀ ਵੀ ਇਨਫੋਰਮੇਸ਼ਨ ਹੈ, ਜਿਹੜੀ ਵੀ ਜਾਣਕਾਰੀ ਹੈ, ਜਿੱਦਾਂ ਵੀ ਹਾਲ ਦੀ ਜਾਣਕਾਰੀ ਹੈ, ਉਹਨੂੰ ਆਪਾਂ ਕਿਸ ਤਰ੍ਹਾਂ ਸੇ ਕਰਾਂਗੇ, ਉਹਨੂੰ ਕਿਸ ਵਿਧੀ ਨਾਲ ਕਰਾਂਗੇ, ਉਹਨੂੰ ਆਪਾਂ ਐਕਸਪਲੋਰੇਟਰੀ ਰਿਸਰਚ ਦੀ ਤਰ੍ਹਾਂ ਸਮਝ ਸਕਦੇ ਹਾਂ। ਤੇ ਦੂਜਾ ਹੁੰਦਾ ਹੈ ਕਿ ਉਦੇਸ਼ ਕੀ ਹੈ, ਕਿਸ ਵਾਸਤੇ, ਆਬਜੈਕਟਿਵ ਕੀ ਆਪਾਂ ਸਾਡਾ ਐਕਸਪਲੋਰੇਟਰੀ ਰਿਸਰਚ ਕਰਨ ਦਾ। ਤੇ ਇੱਕ ਹੁੰਦੀ ਹੈ ਜਿੱਦਾਂ ਆਪਾਂ ਕਿਸੇ ਵੀ ਟੌਪਿਕ ਨੂੰ ਆਪਾਂ ਇਨਫੋਰਮੇਸ਼ਨ ਚਾਹੀਦੀ ਹੈ, ਸਾਨੂੰ ਬੈਕਗਰਾਉਂਡ ਇਨਫੋਰਮੇਸ਼ਨ, ਪਿਛਲੀ ਇਨਫੋਰਮੇਸ਼ਨ ਚਾਹੀਦੀ ਹੈ, ਜਾਣਕਾਰੀ ਚਾਹੀਦੀ ਹੈ, ਤਾਂ ਵੀ ਆਪਾਂ ਰਿਸਰਚ ਐਕਸਪਲੋਰੇਟਰੀ ਰਿਸਰਚ ਕਰ ਸਕਦੇ ਹਾਂ। ਜਾਂ ਤਾਂ ਫਿਰ ਕਿਸੇ ਵੀ ਆਪਾਂ ਟੌਪਿਕ ਨੂੰ ਹੋਰ ਕਲੈਰਿਟੀ ਚਾਹੀਦੀ ਹੈ, ਹੋਰ ਸਪਸ਼ਟੀਕਰਨ ਚਾਹੀਦਾ ਹੈ, ਤਾਂ ਵੀ ਆਪਾਂ ਐਕਸਪਲੋਰੇਟਰੀ ਰਿਸਰਚ ਕਰ ਸਕਦੇ ਹਾਂ। ਤੇ ਹੋਰ ਹੁੰਦਾ ਹੈ ਤੀਜੀ ਹੁੰਦੀ ਹੈ ਚੀਜ਼ ਨਿਊ ਇਨਸਾਈਟ, ਜਿਹਦਾ ਮੈਂ ਕਿਹਾ ਸੀ ਕਿ ਕਿਸੇ ਵੀ ਵਰਤਾਰਾ ਫਿਨੋਮੇਨਨ ਨਾਲ ਆਪਾਂ ਕੋਈ ਵੀ ਨਵੀਂ ਵਸਤੂ ਦਾ ਡਿਵੈਲਪਮੈਂਟ ਕਰਦੇ ਆ, ਤਾਂ ਉਹਨੂੰ ਵੀ ਆਪਾਂ ਐਕਸਪਲੋਰੇਟਰੀ ਰਿਸਰਚ ਤੇ ਕਹਿ ਸਕਦੇ ਆ ਕਿ ਨਵੀਂ ਕੋਈ ਵਸਤੂ ਡਿਵੈਲਪ ਕੀਤੀ ਹੈ। ਜਿੱਦਾਂ ਆਪਾਂ ਕਹਿ ਸਕਦੇ ਹਾਂ 3G ਤੋਂ ਬਾਅਦ 4G ਆਇਆ, ਨਵੀਂ ਚੀਜ਼ ਐਕਸਪਲੋਰ ਕੀਤੀ ਆ, ਤੇ 4G ਤੋਂ ਬਾਅਦ 5G ਆਇਆ, ਨਵੀਂ ਚੀਜ਼ਾਂ ਐਕਸਪਲੋਰ ਕੀਤੀਆਂ। ਤੇ ਹੁਣ ਆਪਾਂ ਵੇਖਦੇ ਹਾਂ ਐਕਸਪਲੋਰੇਟਰੀ ਰਿਸਰਚ ਜੇ ਸਾਨੂੰ ਕਰਨੀ ਹੈ ਤਾਂ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ, ਉਹਦੇ ਟੂਲਸ ਕਿਹੜੇ-ਕਿਹੜੇ ਆ, ਤਰੀਕੇ ਕਿਹੜੇ-ਕਿਹੜੇ ਆ, ਉਹ ਆਪਾਂ ਵੇਖਾਂਗੇ। ਸਭ ਤੋਂ ਪਹਿਲਾਂ ਹੈ ਸੈਕੰਡਰੀ ਡੇਟਾ ਐਨਾਲਿਸਿਸ। ਹੁਣ ਸੈਕੰਡਰੀ ਡੇਟਾ ਕੀ ਹੁੰਦਾ ਹੈ, ਜਿੱਦਾਂ ਕੋਈ ਵੀ ਡੇਟਾ ਕਿਸੇ ਵੀ ਜਰਨਲ ਦੇ ਉੱਤੇ, ਤੇ ਵੈਬਸਾਈਟ ਦੇ ਉੱਤੇ ਕਿਸੇ ਵੀ ਆਲਰੇਡੀ ਪੁਰਾਣਾ ਡੇਟਾ ਹੈਗਾ ਤੇ ਉਹਨੂੰ ਆਪਾਂ ਇਸਤੇਮਾਲ ਕਰਾਂਗੇ, ਉਹਨੂੰ ਆਪਾਂ ਕਹਿੰਦੇ ਆ ਸੈਕੰਡਰੀ ਡੇਟਾ। ਜਿਹਦਾ ਆਪਾਂ ਉਦਾਹਰਣ ਲੈ ਸਕਦੇ ਆ, ਜਿਹਦਾ ਸਟਾਕ ਮਾਰਕੀਟ ਦਾ ਡੇਟਾ ਮੈਨੂੰ ਲੈਣਾ ਹੈ 2020 ਅਪ੍ਰੈਲ ਦੇ ਦਿਨ, ਪੂਰੇ ਮਹੀਨੇ ਦਾ ਮੈਨੂੰ ਸਟਾਕ ਮਾਰਕੀਟ ਦਾ ਡੇਟਾ ਚਾਹੀਦਾ, ਤਾਂ ਉਹ ਮੈਨੂੰ NSE ਦੇ ਵੈਬਸਾਈਟ ਉੱਤੇ ਮੈਨੂੰ ਮਿਲੂਗਾ, ਤਾਂ ਉਹ ਹੁੰਦਾ ਹੈ ਸੈਕੰਡਰੀ ਡੇਟਾ ਐਨਾਲਿਸਿਸ। ਫਿਰ ਉਹ ਡੇਟਾ ਮੈਂ ਲੈ ਕੇ ਉਹਦੇ ਉੱਤੇ ਕੋਈ ਵੀ ਐਨਾਲਿਸਿਸ, ਵਿਸ਼ਲੇਸ਼ਣ ਮੈਂ ਜਦੋਂ ਕਰਦੀ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਸੈਕੰਡਰੀ ਰਿਸਰਚ ਡੇਟਾ ਰਿਸਰਚ ਮੈਂ ਕੀਤੀ ਆ। ਤੇ ਦੂਜਾ ਉਹਦਾ ਤਰੀਕਾ ਹੋ ਸਕਦਾ ਹੈ ਮੈਂ ਸਰਵੇ ਕਰਾਂ ਮਤਲਬ ਆਪਾਂ ਕਹਿ ਸਕਦੇ ਹਾਂ ਸਰਵੇਖਣ ਕਰਨਾ, ਜਿੱਦਾਂ ਇਹ ਚੀਜ਼ ਕਿਉਂ ਹੋਈ, ਕਿਸ ਤਰ੍ਹਾਂ ਸੇ ਹੋਈ, ਉਹਦੀ ਪ੍ਰਾਇਓਰਿਟੀਜ਼ ਏਰੀਆ ਕਿਹੜੇ ਸੀਗੇ, ਤਰਜੀਹ ਜਿਹਨੂੰ ਆਪਾਂ ਕਹਿੰਦੇ ਆ, ਕਿਹੜੇ ਏਰੀਆ ਦੇ ਵਿੱਚ ਆਪਾਂ ਤਰਜੀਹ ਦੇਣਾ ਹੈਗਾ। ਜਿੱਦਾਂ ਵਿਸ਼ਲੇਸ਼ਣ ਹੁਣ ਹੋਇਆ ਸੀਗਾ ਕਿ BJP ਜੋ ਹੈਗੀ ਉਹ ਬੰਗਾਲ ਇਲੈਕਸ਼ਨ ਵਿੱਚ ਹਾਰ ਗਈ, ਤੇ ਉਹਦਾ ਆਪਾਂ ਸਰਵੇ ਕੀਤਾ ਕਿਉਂ ਹਾਰ ਗਈ, ਉਹਨੂੰ ਹੁਣ ਕਿਹੜੇ ਪਾਸੇ ਹੁਣ ਤਰਜੀਹ ਦੇਣਾ ਚਾਹੁੰਦੀ ਆ। ਤੋ ਇਸ ਪ੍ਰਕਾਰ ਆਪਾਂ ਸਰਵੇ ਕਰ ਸਕਦੇ ਆ, ਉਹਨੂੰ ਵੀ ਆਪਾਂ ਐਕਸਪਲੋਰੇਟਰੀ ਰਿਸਰਚ ਕਹਿੰਦੇ ਆ। ਫਿਰ ਹੁੰਦਾ ਹੈ ਕੇਸ ਐਨਾਲਿਸਿਸ, ਕਿਸੇ ਵੀ ਮਾਮਲੇ ਦਾ ਅਧਿਐਨ ਕਰਨਾ। ਜਿੱਦਾਂ ਆਪਾਂ ਕਹਿ ਸਕਦੇ ਆ ਮੈਂ ਮਾਰੂਤੀ ਸੁਜ਼ੂਕੀ ਜੇ ਆਪਾਂ ਮਾਨੇਸਰ ਉੱਤੇ ਇੱਕ ਕੇਸ ਹੋ ਗਿਆ ਸੀ, ਤੇ ਉਹਨੂੰ ਮੈਂ ਸਟੱਡੀ ਕਰਾਂ, ਉਹਨੂੰ ਮੈਂ ਡੀਪਲੀ ਸਟੱਡੀ ਕਰਾਂ, ਉਹਦੇ ਵਿਸ਼ੇ ਅਧਿਐਨ ਕਰਾਂ, ਤਾਂ ਉਹਨੂੰ ਕਹਿੰਦੇ ਆ ਕੇਸ ਐਨਾਲਿਸਿਸ। ਕੋਈ ਵੀ ਕੇਸ ਆਪਾਂ ਲੈ ਸਕਦੇ ਆ, ਇੱਕ ਬੰਦਿਆਂ ਦਾ ਵੀ ਕੇਸ ਹੋ ਸਕਦਾ, ਇੱਕ ਕੰਪਨੀ ਦਾ ਕੇਸ ਹੋ ਸਕਦਾ ਹੈ, ਇੱਕ ਸਕੂਲ ਦਾ ਕੇਸ ਸਟੱਡੀ ਹੋ ਸਕਦਾ, ਇੱਕ
ਕੰਟਰੀ ਦਾ ਕੇਸ ਸਟੱਡੀ ਹੋ ਸਕਦਾ ਹੈ। ਤਾਂ ਕਿਸੇ ਵੀ ਮਾਮਲੇ ਦਾ ਜਦੋਂ ਆਪਾਂ ਅਧਿਐਨ ਕਰਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕੇਸ ਐਨਾਲਿਸਿਸ। ਤਾਂ ਕੇਸ ਐਨਾਲਿਸਿਸ ਕਰਕੇ ਵੀ ਆਪਾਂ ਐਕਸਪਲੋਰੇਟਰੀ ਰਿਸਰਚ ਕਰ ਸਕਦੇ ਹਾਂ। ਫਿਰ ਹੁੰਦਾ ਹੈ ਫੋਕਸ ਗਰੁੱਪ। ਫੋਕਸ ਗਰੁੱਪ ਇਹ ਇੱਕ ਪ੍ਰਕਾਰ ਦਾ ਗਰੁੱਪ ਹੁੰਦਾ ਹੈ ਜਿਹਦਾ ਆਪਾਂ ਇੱਕ ਸਮੂਹ ਨੂੰ ਇਕੱਠਾ ਕਰਕੇ ਉਹਦੇ ਵਿਚਾਰ ਵਿਮਰਸ਼ ਕਰਨਾ ਹੈ ਜਦੋਂ, ਤਾਂ ਆਪਾਂ ਕਹਿੰਦੇ ਆ ਫੋਕਸ ਗਰੁੱਪ। ਜਿਹਦਾ ਇਸ ਤਰ੍ਹਾਂ ਆਖ ਸਕਦੇ ਜਿਹਦਾ ਮੂਲ ਅਤੇ ਵਿਚਾਰ ਤੇ ਵੱਖ-ਵੱਖ ਪਰਿਪੇਖ ਹੁੰਦੇ ਆ। ਜਿਵੇਂ ਮੈਂ ਕਹਿ ਸਕਦੀ ਹਾਂ, ਮੈਂ ਆਪਣੀ ਸਰਕਾਰ ਕਿਹੜੀ ਹੈਗੀ, ਉਹ ਮੇਰਾ ਪਰਿਪੇਖ ਦੂਜਾ ਹੋਏਗਾ, ਤੁਹਾਡਾ ਪਰਿਪੇਖ ਦੂਜਾ ਹੋਏਗਾ ਤੇ ਤੀਜੇ ਬੰਦੇ ਦਾ ਪਰਿਪੇਖ ਦੂਜਾ ਹੋਏਗਾ। ਤਾਂ ਇਸ ਤਰ੍ਹਾਂ ਇੱਕ ਸਮੂਹ ਬਣਾ ਕੇ ਉਹਦੀ ਸਾਰਿਆਂ ਦੀ ਵਿਚਾਰ ਲੈਣ ਤੋਂ ਬਾਅਦ ਮੈਂ ਉਹਦਾ ਐਨਾਲਿਸਿਸ ਕਰਦੀ ਹਾਂ ਜਦੋਂ, ਤਾਂ ਉਹਨੂੰ ਆਪਾਂ ਕਹਿੰਦੇ ਆ ਐਕਸਪਲੋਰੇਟਰੀ ਰਿਸਰਚ। ਉਹ ਕਿਸ ਪ੍ਰਕਾਰ ਹੋਈ ਹੈ, ਉਹ ਫੋਕਸ ਗਰੁੱਪ ਬਣਾ ਕੇ ਹੋਈ ਹੈ। ਇਸ ਤਰ੍ਹਾਂ ਆਪਾਂ ਐਕਸਪਲੋਰੇਟਰੀ ਰਿਸਰਚ ਕਰ ਸਕਦੇ ਹਾਂ। ਜਿੱਦਾਂ ਮੈਂ ਇੱਕ ਥੋੜੇ ਬਹੁਤ ਆਪਾਂ ਉਦਾਹਰਣ ਲੈ ਲੈਂਦੇ ਹਾਂ। ਬਿਜ਼ਨਸ ਗਰੋਥ ਕੰਸੈਪਟ ਜਿੱਦਾਂ ਮੈਂ ਲੈ ਸਕਦੀ ਹਾਂ ਕਿ ਇੱਕ ਕਾਰੋਬਾਰ ਹੈਗਾ, ਰਿਲਾਇੰਸ ਇੰਡਸਟਰੀ ਹੈਗੀ, ਉਹਨੂੰ ਇੱਕ ਵਿਕਾਸ ਕਰਨਾ ਹੈਗਾ, ਇੱਕ ਮੈਡੀਕਲ ਫੀਲਡ ਤੇ ਵਿਕਾਸ ਕਰਨਾ ਹੈ, ਤਾਂ ਉਹ ਕਿਸ ਤਰ੍ਹਾਂ ਹੋ ਸਕਦਾ ਹੈ। ਤਾਂ ਆਪਾਂ ਕਹਿ ਸਕਦੇ ਹਾਂ ਨਵਾਂ ਗਿਆਨ ਪ੍ਰਾਪਤੀ ਵਾਸਤੇ ਰਿਸਰਚ ਕੀਤੀ ਗਈ ਹੈ, ਤਾਂ ਉਹਨੂੰ ਆਪਾਂ ਐਕਸਪਲੋਰੇਟਰੀ ਰਿਸਰਚ ਕਹਿ ਸਕਦੇ ਹਾਂ। ਦੂਜੀ ਹੁੰਦੀ ਹੈ ਨਿਊ ਟੈਕਨੋਲੋਜੀ। ਜਿੱਦਾਂ ਮੈਂ ਐਗਜ਼ਾਮਪਲ ਲੈਦਾ ਕਿ ਨਵੀਂ ਤਕਨੀਕਾਂ ਆਈਆਂ, ਉਹਨੂੰ ਆਪਾਂ ਕਿਸ ਤਰ੍ਹਾਂ ਵੇਖਦੇ ਹਾਂ, ਆਪਾਂ ਤੇ ਦੂਜਿਆਂ ਲੋਕਾਂ ਦੀ ਦ੍ਰਿਸ਼ਟੀਕੋਣ ਵਿੱਚ ਉਹ ਕਿਸ ਪ੍ਰਕਾਰ ਦੀ ਤਕਨੀਕ ਹੈ, ਉਹਦਾ ਕੀ ਪ੍ਰਭਾਵ ਪਿਆ ਹੈ ਅੱਜ ਦੀ ਜਨਰੇਸ਼ਨ ਉੱਤੇ, ਸਮਾਜ ਉੱਤੇ। ਤਾਂ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਮੁਲਾਂਕਣ ਕਰਦੇ ਹਾਂ ਜਦ ਆਪਾਂ, ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਪ੍ਰਕਾਰ ਦੀ ਐਕਸਪਲੋਰੇਟਰੀ ਰਿਸਰਚ ਹੈਗੀ। ਫਿਰ ਆਪਾਂ ਕਹਿ ਸਕਦੇ ਹਾਂ ਜੇ ਚੁਣਾਵ ਹੋਏ ਆ, ਉਹ ਚੁਣਾਵ ਦੇ ਨਤੀਜੇ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ, ਆਪਾਂ ਫੋਕਸ ਗਰੁੱਪ ਕਰ ਸਕਦੇ ਹਾਂ, ਆਪਾਂ ਸਰਵੇਖਣ ਕਰ ਸਕਦੇ ਹਾਂ, ਤਾਂ ਉਹਨੂੰ ਵੀ ਆਪਾਂ ਐਕਸਪਲੋਰੇਟਰੀ ਰਿਸਰਚ ਕਹਿ ਸਕਦੇ ਹਾਂ। ਫਿਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਲੇਅਰ ਦੀ ਪਰਫਾਰਮੈਂਸ, ਉਹਦਾ ਪ੍ਰਦਰਸ਼ਨ ਕਿੱਦਾਂ ਸੀਗਾ, ਸੈਕੰਡਰੀ ਡੇਟਾ ਐਨਾਲਿਸਿਸ ਯੂਜ਼ ਕਰਕੇ ਆਪਾਂ ਕਰ ਸਕਦੇ। ਜਿੱਦਾਂ ਮੈਂ ਆਖ ਸਕਦੀ ਹਾਂ ਵਿਰਾਟ ਕੋਹਲੀ ਦਾ T20 ਵਿੱਚ 2019 ਤੇ 2020 ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ ਸੀ, ਤਾਂ ਉਹ ਮੈਨੂੰ ਡੇਟਾ ਕਿੱਥੋਂ ਮਿਲੂਗਾ, ਉਹ ਮੈਨੂੰ ਡੇਟਾ ਸੈਕੰਡਰੀ ਡੇਟਾ ਮਿਲੂਗਾ ਮੈਨੂੰ ਵੈਬਸਾਈਟਸ ਉੱਤੇ। ਤਾਂ ਉਹਨੂੰ ਕਹਿੰਦੇ ਆਪਾਂ ਐਕਸਪਲੋਰੇਟਰੀ ਰਿਸਰਚ ਬਟ ਡਨ ਥਰੂ ਸੈਕੰਡਰੀ ਡੇਟਾ, ਕਿਉਂਕਿ ਆਪਾਂ ਜੋ ਡੇਟਾ ਹੈਗਾ ਉਹ ਸੈਕੰਡਰੀ ਡੇਟਾ ਯੂਜ਼ ਕੀਤਾ ਹੈ। ਫਿਰ ਆਪਾਂ ਕਹਿ ਸਕਦੇ ਐਗਜ਼ਿਟ ਪੋਲ ਜੋ ਹੁੰਦੇ ਆ, ਉਹ ਵੀ ਇੱਕ ਪ੍ਰਕਾਰ ਦਾ ਸਰਵੇਖਣ ਹੁੰਦਾ ਹੈ, ਤਾਂ ਉਹ ਵੀ ਆਪਾਂ ਕਹਿ ਸਕਦੇ ਉਹ ਵੀ ਇੱਕ ਪ੍ਰਕਾਰ ਦਾ ਐਕਸਪਲੋਰੇਟਰੀ ਰਿਸਰਚ ਹੈਗਾ। ਹੁਣ ਆਪਾਂ ਵੇਖਦੇ ਹਾਂ ਡਿਸਕ੍ਰਿਪਟਿਵ ਰਿਸਰਚ ਕੀ ਹੁੰਦਾ ਹੈ। ਦੂਜੇ ਪ੍ਰਕਾਰ ਦੀ ਜੋ ਰਿਸਰਚ ਡਿਜ਼ਾਈਨ ਹੁੰਦੀ ਹੈ, ਐਕਸਪਲੋਰੇਟਰੀ ਰਿਸਰਚ ਆਪਾਂ ਥੋੜਾ ਡਿਸਕਸ ਕੀਤਾ, ਹੁਣ ਆਪਾਂ ਡਿਸਕ੍ਰਿਪਟਿਵ ਰਿਸਰਚ ਡਿਸਕਸ ਕਰਦੇ ਹਾਂ। ਹੁਣ ਡਿਸਕ੍ਰਿਪਟਿਵ ਮੀਨਸ ਹੁੰਦਾ ਹੈ ਵਰਣਨਯੋਗ। ਕਿਸੇ ਵੀ ਚੀਜ਼ ਦਾ ਆਪਾਂ ਵਰਣਨ ਜਦੋਂ ਕਰਦੇ ਹਾਂ ਤਾਂ ਆਪਾਂ ਉਹਨੂੰ ਕਹਿੰਦੇ ਆ ਡਿਸਕ੍ਰਿਪਟਿਵ ਰਿਸਰਚ। ਡਿਸਕ੍ਰਿਪਟਿਵ ਰਿਸਰਚ ਵਿੱਚ ਕੀ ਹੁੰਦਾ, ਆਪਾਂ ਫ੍ਰੀਕੁਐਂਸੀ ਦੇਖਦੇ ਹਾਂ, ਜਿਹਦਾ ਆਪਾਂ ਕਹਿੰਦੇ ਆ ਬਾਰੰਬਾਰਤਾ ਵੇਖਦੇ ਹਾਂ, ਤਾਂ ਆਪਾਂ ਉਹਨੂੰ ਕਹਿੰਦੇ ਆ ਡਿਸਕ੍ਰਿਪਟਿਵ ਰਿਸਰਚ। ਜੋ ਡਿਸਕ੍ਰਿਪਟਿਵ ਰਿਸਰਚ ਹੁੰਦੀ ਹੈ ਉਹ ਰਸਮੀ ਹੁੰਦੀ ਹੈ, ਜਿਹਦਾ ਆਪਾਂ ਕਹਿ ਸਕਦੇ ਹਾਂ ਫਾਰਮਲ, ਉਹਦਾ ਫਰਮਾ ਹੁੰਦਾ ਹੈ। ਪਰ ਐਕਸਪਲੋਰੇਟਰੀ ਰਿਸਰਚ ਦਾ ਕੋਈ ਫਰਮਾ ਨਹੀਂ ਹੁੰਦਾ, ਉਹ ਆਪਾਂ ਉਹਨੂੰ ਇਨਫਾਰਮਲ ਰਿਸਰਚ ਕਹਿੰਦੇ ਆ। ਆਬਜੈਕਟਿਵ ਵੀ ਇਹੀ ਹੁੰਦਾ ਹੈ ਕਿ ਆਪਾਂ ਸਪਸ਼ਟ ਉਦੇਸ਼ ਹੋਣਾ ਚਾਹੀਦਾ ਹੈ। ਜਿੱਦਾਂ ਮੈਂ ਇਸ ਤਰ੍ਹਾਂ ਸਮਝ ਸਕਦੀ ਹਾਂ ਕਿ ਮੈਂ ਕਿਸੇ ਵੀ ਪ੍ਰਕਾਰ ਦੀ ਪੋਪੂਲੇਸ਼ਨ ਆਬਾਦੀ ਦਾ ਸਰਵੇਖਣ ਜਦੋਂ ਮੈਂ ਕਰੂੰਗੀ, ਕੈਰੈਕਟਰਿਸਟਿਕਸ ਜਦੋਂ ਮੈਂ ਦੇਖੂੰਗੀ, ਤਾਂ ਉਹਨੂੰ ਆਪਾਂ ਡਿਸਕ੍ਰਿਪਟਿਵ ਰਿਸਰਚ ਕਹਿ ਸਕਦੇ ਹਾਂ। ਜਿੱਦਾਂ ਮੈਂ ਇਸ ਤਰ੍ਹਾਂ ਸਮਝ ਸਕਦੀ ਹਾਂ ਤੇ ਕੇਰਲ ਮੇ ਰਹਿਣ ਵਾਲੇ ਲੋਗੋਂ ਦਾ ਐਜੂਕੇਸ਼ਨ ਲੈਵਲ, ਜਿੱਦੇ ਇਹ ਪੜ੍ਹਾਈ ਕਰਦੇ ਆ ਉਹ ਕਿਸ ਲੈਵਲ ਦੀ ਪੜ੍ਹਾਈ ਕਰਦੇ ਆ, ਤੇ ਪੰਜਾਬ ਵਿੱਚ ਜੋ ਬੰਦੇ ਲੋਕੀ ਰਹਿੰਦੇ ਆ ਉਹਦੀ ਐਜੂਕੇਸ਼ਨ ਲੈਵਲ। ਦੂਜਾ ਆਪਾਂ ਇਹ ਵੀ ਵੇਖ ਸਕਦੇ ਆਕਿਊਪੇਸ਼ਨ, ਜੇ ਗੁਜਰਾਤ ਵਿੱਚ ਲੋਕੀ ਰਹਿੰਦੇ ਆ ਉਹਦਾ ਵੱਧ ਤੋਂ ਵੱਧ ਕਾਰੋਬਾਰ ਕਿਸ ਤਰ੍ਹਾਂ ਦਾ ਹੁੰਦਾ ਹੈ। ਤੇ ਦੂਜਾ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸੂਰਤ ਵਿੱਚ ਜੋ ਲੋਕ ਰਹਿੰਦੇ ਆ ਉਹਦਾ ਸਾੜੀਆਂ ਦਾ ਕਾਰੋਬਾਰ ਵੱਧ ਹੁੰਦਾ ਹੈ, ਤੇ ਪੰਜਾਬ ਵਿੱਚ ਜੋ ਲੋਕ ਰਹਿੰਦੇ ਆ ਉਹਦਾ ਖੇਤੀ ਦਾ ਵਪਾਰ ਵੱਧ ਹੁੰਦਾ ਹੈ। ਤਾਂ ਆਪਾਂ ਇਸ ਤਰੀਕੇ ਦਾ ਜੋ ਵਰਣਨ ਕਰਦੇ ਆ, ਤਾਂ ਉਸ ਪ੍ਰਕਾਰ ਦੀ ਜੇ ਆਪਾਂ ਖੋਜ ਕਰਦੇ ਆ, ਜੋ ਅਨੁਸੰਧਾਨ ਬਣਾਉਂਦੇ ਆ, ਤਾਂ ਉਹਨੂੰ ਆਪਾਂ ਡਿਸਕ੍ਰਿਪਟਿਵ ਰਿਸਰਚ ਆਖਦੇ ਆ। ਡਿਸਕ੍ਰਿਪਟਿਵ ਰਿਸਰਚ ਜਦੋਂ ਆਪਾਂ ਕਰਦੇ ਹਾਂ ਤਾਂ ਕਿਹੜੇ ਸਵਾਲ ਦਾ ਸਾਨੂੰ ਜਵਾਬ ਮਿਲ ਸਕਦਾ ਹੈ, ਜਿਹਦਾ ਆਪਾਂ ਕਹਿ ਸਕਦੇ ਹਾਂ ਕਿਸ ਤਰ੍ਹਾਂ ਹੁਆ ਹੈ ਕੋਈ ਚੀਜ਼,
ਤਾਂ ਆਪਾਂ ਕਹਿ ਸਕਦੇ ਉਹ ਡਿਸਕ੍ਰਾਈਬ ਕਰ ਰਿਹਾ ਹੈ, ਉਹ ਵਰਣਨ ਕਰ ਰਿਹਾ ਹੈ, ਤਾਂ ਉਹ ਡਿਸਕ੍ਰਿਪਟਿਵ ਰਿਸਰਚ ਹੋਊਗਾ। ਜਿੱਦਾਂ ਆਪਾਂ ਕਹਿ ਸਕਦੇ ਆ ਕਿੰਨੀ ਨਿਯਮਿਤਤਾ ਨਾਲ ਉਹ ਕਰ ਰਿਹਾ ਹੈ ਕੋਈ ਵੀ ਚੀਜ਼ XYZ, ਜਿੱਦਾਂ ਆਪਾਂ ਕਹਿ ਸਕਦੇ ਐਕਸਰਸਾਈਜ਼ ਕਿੰਨੀ ਨਿਯਮਿਤਤਾ ਨਾਲ ਕਰ ਰਿਹਾ ਹੈ, ਤਾਂ ਆਪਾਂ ਕਹਿ ਸਕਦੇ ਆ ਉਹ ਵੀ ਡਿਸਕ੍ਰਿਪਟਿਵ ਰਿਸਰਚ ਹੈ, ਕਿਉਂਕਿ ਉਹ ਵੀ ਕਿਸੇ ਚੀਜ਼ ਦਾ ਵਰਣਨ ਕਰ ਰਹੀ ਹੈਗੀ। ਫਿਰ ਆਪਾਂ ਕਹਿ ਸਕਦੇ ਆ ਕਿੰਨਾ ਪ੍ਰਤੀਸ਼ਤ, ਜਿੱਦਾਂ ਆਪਾਂ ਕਹਿ ਸਕਦੇ ਆ ਕਿ ਕਿੰਨੇ ਪ੍ਰਤੀਸ਼ਤ ਪੰਜਾਬ ਵਿੱਚ ਸਟੂਡੈਂਟ ਹੁੰਦੇ ਆ ਜੋ ਵਿਦੇਸ਼ ਜਾਂਦੇ ਆ ਪੜ੍ਹਨ ਵਾਸਤੇ, ਤਾਂ ਇਹ ਵੀ ਇੱਕ ਪ੍ਰਕਾਰ ਦਾ ਡਿਸਕ੍ਰਿਪਟਿਵ ਰਿਸਰਚ ਹੈਗਾ। ਫਿਰ ਹੁੰਦਾ ਹੈ ਕਿਸ ਸਮੇਂ ਨਾਲ, ਕਿਸ ਤਰ੍ਹਾਂ, ਤਾਂ ਆਪਾਂ ਇਹ ਸਾਰੀ ਜੋ ਸਵਾਲ ਜੋ ਇਸ ਪ੍ਰਕਾਰ ਸ਼ੁਰੂ ਹੁੰਦੇ ਆ ਤੇ ਉਹਦਾ ਜਵਾਬ ਸਾਨੂੰ ਡਿਸਕ੍ਰਿਪਟਿਵ ਰਿਸਰਚ ਨਾਲ ਮਿਲੂਗਾ। ਤੇ ਇੱਕ ਕੁਐਸਚਨ ਦਾ ਇੱਕ ਸਵਾਲ ਦਾ ਜਵਾਬ ਸਾਨੂੰ ਜੋ ਡਿਸਕ੍ਰਿਪਟਿਵ ਰਿਸਰਚ ਨਾਲ ਨਹੀਂ ਮਿਲ ਸਕਦਾ ਉਹ ਹੈ ਵਾਈ। ਜੋ ਵਾਈ ਵਾਲਾ ਕੁਐਸਚਨ ਹੁੰਦਾ ਹੈ ਨਾ, ਕਿਉਂ, ਤੇ ਇਹ ਆਪ ਨੂੰ ਡਿਸਕ੍ਰਿਪਟਿਵ ਰਿਸਰਚ ਨਾਲ ਕਦੀ ਵੀ ਨਹੀਂ ਮਿਲ ਸਕਦਾ। ਇਹ ਸਾਨੂੰ ਜਾਂ ਤਾਂ ਐਕਸਪਲੋਰੇਟਰੀ ਰਿਸਰਚ ਨਾਲ ਮਿਲ ਸਕਦਾ ਹੈ, ਜੇ ਫਿਰ ਕੌਜ਼ਲ ਰਿਸਰਚ ਆਪਾਂ ਡਿਟੇਲ 'ਚ ਬਾਅਦ 'ਚੋਂ ਵੇਖਾਂਗੇ। ਜੋ ਡਿਸਕ੍ਰਿਪਟਿਵ ਰਿਸਰਚ ਜੇ ਹੁੰਦਾ ਹੈ ਉਹ ਕਿਸੇ ਵੀ ਚੀਜ਼ ਦਾ ਗੁਣ ਸਟੱਡੀ ਕਰਨ ਵਾਸਤੇ, ਅਧਿਐਨ ਕਰਨ ਵਾਸਤੇ, ਰੁਝਾਨ ਅਧਿਐਨ ਕਰਨ ਵਾਸਤੇ ਜੇ ਆਪਾਂ ਕਰਦੇ ਆ ਤੇ ਕੋਰਿਲੇਸ਼ਨ ਫਾਈਂਡ ਕਰਨ ਵਾਸਤੇ, ਇੱਕ ਦੂਜੇ ਨਾਲ ਸੰਬੰਧ ਫਾਈਂਡ ਕਰਨ ਵਾਸਤੇ ਜੇ ਆਪਾਂ ਕਰਦੇ ਆ ਤਾਂ ਉਹਨੂੰ ਆਪਾਂ ਡਿਸਕ੍ਰਿਪਟਿਵ ਰਿਸਰਚ ਆਖਦੇ ਆ। ਜਿੱਦਾਂ ਆਪਾਂ ਇੱਕ ਉਦਾਹਰਣ ਲੈ ਸਕਦੇ ਆ ਕਿ ਪੰਜਾਬ ਦੇ ਲੋਕੀ ਕਿਸ ਤਰ੍ਹਾਂ ਦੀ ਬਾਇੰਗ ਹੈਬਿਟਸ ਹੁੰਦੇ, ਕਿਸ ਪ੍ਰਕਾਰ ਦੀ ਸ਼ਾਪਿੰਗ ਕਰਦੇ ਆ, ਕਿਸ ਪ੍ਰਕਾਰ ਦੀ ਕੱਪੜੇ ਖਰੀਦਦੇ ਆ, ਤਾਂ ਇੱਕ ਪ੍ਰਕਾਰ ਦੀ ਡਿਸਕ੍ਰਿਪਟਿਵ ਹੋ ਗਈ, ਵਿਆਖਿਆ ਹੋ ਗਈ, ਤਾਂ ਉਹਨੂੰ ਆਪਾਂ ਕਹਿ ਸਕਦੇ ਇੱਕ ਪ੍ਰਕਾਰ ਦੀ ਡਿਸਕ੍ਰਿਪਟਿਵ ਰਿਸਰਚ ਹੈਗੀ। ਫਿਰ ਆਪਾਂ ਕਹਿ ਸਕਦੇ ਆ ਟਾਰਗੇਟ ਸੈਗਮੈਂਟ, ਜਿੱਦਾਂ ਕੋਈ ਇੱਕ ਨਵੀਂ ਵਸਤੂ ਆਈ ਹੈ, ਨੈਟਫਲਿਕਸ ਆਇਆ ਹੈਗਾ, ਤਾਂ ਨੈਟਫਲਿਕਸ ਕਿਹੜੇ ਟਾਰਗੇਟ ਸੈਗਮੈਂਟ, ਯੰਗਸਟਰਸ ਲਈ ਆਇਆ ਹੈ, ਨੌਜਵਾਨਾਂ ਲਈ ਉਹ ਚੈਨਲ ਆਇਆ ਹੈ, ਤਾਂ ਆਪਾਂ ਕਹਿ ਸਕਦੇ ਹੋ ਸੈਗਮੈਂਟਿੰਗ ਹੈ, ਵਰਣਨਾ ਹੁੰਦਾ ਹੈ। ਇੱਕ ਪ੍ਰੋਡਕਟ ਕਿਸੇ ਇੱਕ ਪ੍ਰਕਾਰ ਦੇ ਸੈਗਮੈਂਟ ਲਈ ਜਦੋਂ ਲਾਂਚ ਹੁੰਦਾ ਹੈ ਉਹ ਵੀ ਵਿਆਖਿਆ ਹੀ ਹੁੰਦੀ ਹੈ, ਤਾਂ ਆਪਾਂ ਕਹਿ ਸਕਦੇ ਹੋ ਡਿਸਕ੍ਰਿਪਟਿਵ ਰਿਸਰਚ ਹੈਗੀ। ਹੁਣ ਆਪਾਂ ਡਿਸਕ੍ਰਿਪਟਿਵ ਜਿੱਦਾਂ ਆਪਾਂ ਵੇਖਿਆ ਕਿ ਐਕਸਪਲੋਰੇਟਰੀ ਰਿਸਰਚ ਆਪਾਂ ਫੋਕਸ ਗਰੁੱਪ ਨਾਲ ਕਰ ਸਕਦੇ ਆ, ਇਹ ਸੈਕੰਡਰੀ ਡੇਟਾ ਐਨਾਲਿਸਿਸ ਦਾ ਪ੍ਰਯੋਗ ਕਰਨ ਤੋਂ ਕਰ ਸਕਦੇ ਆ। ਤਾਂ ਆਪਾਂ ਡਿਸਕ੍ਰਿਪਟਿਵ ਰਿਸਰਚ ਕਿੱਦਾਂ ਕਰ ਸਕਦੇ ਆ? ਆਪਾਂ ਡਿਸਕ੍ਰਿਪਟਿਵ ਰਿਸਰਚ ਕ੍ਰਾਸ ਸੈਕਸ਼ਨਲ ਸਟੱਡੀ ਦਾ ਪ੍ਰਯੋਗ ਕਰਕੇ ਵੀ ਕਰ ਸਕਦੇ ਆ ਤੇ ਲੌਂਜੀਟਿਊਡਨਲ ਸਟੱਡੀ ਦਾ। ਹੁਣ ਕ੍ਰਾਸ ਸੈਕਸ਼ਨਲ ਸਟੱਡੀ ਕੀ ਹੁੰਦਾ ਹੈ? ਕ੍ਰਾਸ ਸੈਕਸ਼ਨਲ ਸਟੱਡੀ ਹੁੰਦਾ ਹੈ ਜਿਹਦੀ ਵੀ ਆਪਾਂ ਪੋਪੂਲੇਸ਼ਨ ਆਬਾਦੀ ਜੇ ਸਟੱਡੀ ਕਰ ਰਹੇ ਆ, ਆਪਾਂ ਸਾਡਾ ਜੋ ਨਮੂਨਾ ਹੈਗਾ ਉਹ ਆਪਾਂ ਇੱਕ ਸਮੇਂ ਦੇ ਦੌਰਾਨ ਹੀ ਸਟੱਡੀ ਕਰ ਰਹੇ। ਜਿੱਦਾਂ ਆਪਾਂ ਕਹਿ ਸਕਦੇ ਸਮੇਂ ਦੇ ਇੱਕ ਬਿੰਦੂ ਤੇ, ਜਿੱਦਾਂ 2017 ਇੱਕ ਸਾਲ ਲਈ ਕਰ ਰਹੇ ਆ ਜਾਂ ਇੱਕ ਸਮੇਂ ਲਈ, ਇੱਕ ਟਾਈਮ ਲਈ ਕਰ ਰਹੇ ਆ, ਤਾਂ ਆਪਾਂ ਕਹਿ ਸਕਦੇ ਕ੍ਰਾਸ ਸੈਕਸ਼ਨਲ ਸਟੱਡੀ ਹੈਗਾ। ਜਿੱਦਾਂ ਮੈਂ ਐਗਜ਼ਾਮਪਲ ਲੈਵਾ ਕਿ ਇੱਕ ਪੋਪੂਲੇਸ਼ਨ ਹੈਗੀ, ਜਿੱਦਾਂ ਮੈਂ ਕਹਿ ਸਕਦੀ ਹਾਂ ਕਿ ਲੁਧਿਆਣਾ ਦੇ ਲੋਕੀ ਦਾ ਸਟੱਡੀ ਕਰ ਰਹੇ ਹਾਂ ਮੈਂ, ਲੁਧਿਆਣਾ ਦੇ ਅਤੇ ਅੰਮ੍ਰਿਤਸਰ ਦੇ ਤੇ ਜਲੰਧਰ ਦੇ, ਤੇ ਤਿੰਨ ਸਿਟੀ ਦੀ ਮੈਂ ਸਟੱਡੀ ਕਰ ਰਿਹਾ, ਤਾਂ ਉਹ ਕਰ ਰਹੀ ਹੈਗੀ, ਤਾਂ ਉਹਨੂੰ ਆਪਾਂ ਕ੍ਰਾਸ ਸੈਕਸ਼ਨਲ ਸਟੱਡੀ ਕਵਾਂਗੇ ਜਦੋਂ ਇੱਕ ਟਾਈਮ ਉੱਤੇ ਮੈਂ ਕਰ ਰਹੀ ਹਾਂ। ਤੇ ਲੌਂਜੀਟਿਊਡਨਲ ਸਟੱਡੀ ਇਹ ਹੁੰਦਾ ਹੈ ਕਿ ਮੈਂ ਸੇਮ ਪੋਪੂਲੇਸ਼ਨ, ਮੇਰੀ ਜੋ ਆਬਾਦੀ ਹੈ, ਜੋ ਨਮੂਨਾ ਹੈ, ਸੈਂਪਲ ਸਾਈਜ਼ ਹੈ, ਉਹ ਇੱਕ ਹੀ ਰਹੂਗਾ, ਪਰ ਜੇ ਪੀਰੀਅਡ ਆਫ ਟਾਈਮ ਜਿਹਨੂੰ ਆਪਾਂ ਕਹਿੰਦੇ ਵਾਰ ਦੀ ਇੱਕ ਅਵਧੀ ਜੋ ਹੈਗੀ ਉਹ ਵੱਧ ਹੋਏਗੀ। ਜਿੱਦਾਂ ਮੈਂ 2011 ਵਿੱਚ ਵੀ ਉਹੀ ਸੇਮ ਨਮੂਨਾ ਸਟੱਡੀ ਕਰਾਂਗੀ, 2012 ਵਿੱਚ ਵੀ ਉਹੀ ਸੇਮ ਨਮੂਨਾ ਸਟੱਡੀ ਕਰਾਂਗੀ, 2013 ਵਿੱਚ ਵੀ ਉਹੀ ਸੇਮ ਨਮੂਨਾ ਸਟੱਡੀ ਕਰਾਂਗੀ, ਤਾਂ ਉਹਨੂੰ ਮੈਂ ਕਹੂੰਗੀ ਲੌਂਜੀਟਿਊਡਨਲ ਸਟੱਡੀ। ਜੇ ਲੰਬੇ ਸਮੇਂ ਤੱਕ ਰਿਸਰਚ ਚੱਲਦੀ ਆ, ਜਿਹੜੀ ਵੀ ਰਿਸਰਚ ਲੰਬੇ ਸਮੇਂ ਤੱਕ ਚੱਲਦੀ ਹੈ, ਤਾਂ ਉਹਨੂੰ ਆਪਾਂ ਲੌਂਜੀਟਿਊਡਨਲ ਸਟੱਡੀ ਕਹਿੰਦੇ ਆ। ਜਿੱਦਾਂ ਆਪਾਂ ਕਹਿ ਸਕਦੇ ਹਾਂ ਇੱਕ ਐਗਜ਼ਾਮਪਲ ਕਿ ਫੋਨ ਜਦ ਨਸ਼ਾ ਹੋਇਆ ਹੈ ਅੱਜ ਕੱਲ ਦੇ ਨਿਆਣਿਆਂ ਨੂੰ, ਯੰਗਸਟਰਸ ਨੂੰ, ਨੌਜਵਾਨਾਂ ਨੂੰ, ਉਹਦਾ ਰਿਲੇਸ਼ਨ, ਉਹਦਾ ਸੰਬੰਧ ਇਹ ਪਿਆ ਕਿ ਲੋਕਾਂ ਦੀ ਨੀਂਦ ਜੋ ਹੈ ਉਹ ਖਰਾਬ ਹੋ ਗਈ ਹੈ, ਮਾੜੀ ਹੋ ਗਈ, ਉਹਦੀ ਕੁਆਲਿਟੀ ਜੋ ਹੈ ਉਹ ਖਰਾਬ ਹੋ ਗਈ ਹੈ। ਤਾਂ ਇਹ ਲੌਂਜੀਟਿਊਡਨਲ ਸਟੱਡੀ ਹੈ, ਕਿਉਂਕਿ ਆਪਾਂ ਇਹਦੀ ਰਿਸਰਚ ਇੱਕ ਸਮੇਂ ਮਰਿਆਦਾ ਲੰਬੇ ਸਮੇਂ ਵਾਸਤੇ ਆਪਾਂ ਕਰਾਂਗੇ। ਤਾਂ ਕ੍ਰਾਸ ਸੈਕਸ਼ਨਲ ਹੀ ਹੁੰਦਾ ਹੈ ਕਿ ਆਪਾਂ ਇੱਕ ਪੁਆਇੰਟ ਆਫ ਟਾਈਮ, ਇੱਕ ਸਮੇਂ ਬਿੰਦੂ ਦੇ ਉੱਤੇ ਆਪਾਂ ਜਾਂ ਸਾਡੀ ਆਬਾਦੀ ਹੈ ਉਹ ਵੱਖ-ਵੱਖ ਸੈਗਮੈਂਟ, ਵੱਖ-ਵੱਖ ਏਰੀਆ ਉੱਤੇ ਕਰਦੇ ਆ, ਪਰ ਇੱਕ ਸਮੇਂ ਤੋਂ। ਤੇ ਉਹ ਲੌਂਜੀਟਿਊਡਨਲ ਉਹ ਹੁੰਦਾ ਹੈ ਆਪਾਂ
ਇੱਕ ਪ੍ਰਕਾਰ ਦਾ ਹੀ ਸੈਂਪਲ ਨਮੂਨਾ ਆਬਾਦੀ ਲੈਂਦੇ ਆ, ਪਰ ਆਪਾਂ ਉਹਨੂੰ ਲੰਬੇ ਸਮੇਂ ਤੋਂ ਸਟੱਡੀ ਕਰਦੇ ਆ। ਇਹ ਆਪ ਤੁਸੀਂ ਇਹ ਡਾਇਗਰਾਮ ਦੇਖੋਗੇ ਤਾਂ ਤੁਹਾਨੂੰ ਥੋੜੀ ਕਲੈਰਿਟੀ ਆਊਗੀ, ਥੋੜੀ ਸਪਸ਼ਟਤਾ ਆਊਗੀ ਕਿ ਆਪਾਂ ਜੇ ਕ੍ਰਾਸ ਸੈਕਸ਼ਨਲ ਸਟੱਡੀ ਕਰਦੇ ਆ ਉਹ ਆਪਾਂ ਇੱਕ ਹੀ ਟਾਈਮ ਤੋਂ ਕਰਦੇ ਆ, ਪਰ ਆਪਾਂ ਗਰੁੱਪ ਅਲੱਗ-ਅਲੱਗ ਰੱਖਦੇ ਆ। ਜਿੱਦਾਂ ਮੈਂ ਕਿਹਾ ਕਿ ਲੁਧਿਆਣਾ ਸਿਟੀ ਵਿੱਚ ਮੈਂ ਸਟੱਡੀ ਕੀਤਾ ਵਨ ਸਟੱਡੀ, ਅਤੇ ਮੈਂ ਅੰਮ੍ਰਿਤਸਰ ਤੇ ਸਟੱਡੀ ਕੀਤਾ ਤੇ ਹੋਰ ਵਨ ਮੈਂ ਜਲੰਧਰ ਤੇ ਸਟੱਡੀ ਕੀਤਾ, ਪਰ ਇੱਕ ਹੀ ਦਿਨ ਇੱਕ ਹੀ ਟਾਈਮ ਤੇ ਸਟੱਡੀ ਕੀਤਾ ਹੈ ਮੈਂ, ਤੇ ਟਾਈਮ ਪੀਰੀਅਡ ਜੋ ਮੇਰਾ ਹੈਗਾ ਉਹ ਸੇਮ ਹੋਊਗਾ। ਪਰ ਲੌਂਜੀਟਿਊਡਨਲ ਸਟੱਡੀ ਵਿੱਚ ਕੀ ਹੁੰਦਾ ਹੈ, ਮੈਂ ਗਰੁੱਪ ਸੇਮ ਰੱਖਿਆ ਹੈ, ਮੈਂ 100 ਆਦਮੀਆਂ ਦਾ ਸੈਂਪਲ ਲਿੱਤਾ ਹੈਗਾ, ਮੇਰਾ ਨਮੂਨਾ ਲਿੱਤਾ ਹੈਗਾ, ਜੇ ਆਬਾਦੀ ਮੈਂ ਲਿੱਤੀ ਹੈਗੀ, ਪਰ ਮੈਂ ਉਹਦਾ ਕਿਹੜੇ ਅਲੱਗ-ਅਲੱਗ ਟਾਈਮ ਵਿੱਚ ਕਰੂੰਗੀ। ਸੇਮ ਆਬਾਦੀ ਮੈਂ 2011 ਅਕਤੂਬਰ, ਫਿਰ 2012 ਜਨਵਰੀ, 2013 ਫੈਬਰੂਅਰੀ, ਤੇ ਟਾਈਮ ਪੀਰੀਅਡ ਜੋ ਮੇਰੀ ਸਮੇਂ ਸੀਮਾ ਹੈ ਉਹ ਵੱਖ-ਵੱਖ ਹੋਊਗੀ। ਪਰ ਜੇ ਮੇਰੀ ਜੇ ਆਬਾਦੀ ਹੈ, ਜੋ ਮੇਰਾ ਨਮੂਨਾ ਹੈ, ਜੋ ਸੈਂਪਲ ਸਾਈਜ਼ ਹੈ ਉਹ ਇੱਕੋ ਹੀ ਰਹੇਗਾ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕ੍ਰਾਸ ਲੌਂਜੀਟਿਊਡਨਲ ਸਟੱਡੀ। ਜਿੱਦਾਂ ਆਪਾਂ ਇੱਕ ਐਗਜ਼ਾਮਪਲ ਇਹ ਵੀ ਲੈ ਸਕਦੇ ਹਾਂ ਡਿਸਕ੍ਰਿਪਟਿਵ ਸਟੱਡੀ ਦਾ। ਜੇ ਇੱਕ ਟਿਊਸ਼ਨ ਕਲਾਸ ਨੂੰ ਮੈਂ ਸਟੱਡੀ ਕਰਨਾ ਚਾਹੁੰਦੀ ਹਾਂ ਕਿ ਇੱਕ ਇਹ ਟਿਊਸ਼ਨ ਕਲਾਸ ਜਾਣ ਵਾਲੇ ਜੋ ਬੱਚਿਆਂ ਹੈ ਉਹ ਉਸ ਦੇ ਵਿੱਚ ਕਿੰਨੇ ਪ੍ਰਤੀਸ਼ਤ ਸਟੂਡੈਂਟ ਹੈ ਜੋ ਟੈਸਟ ਕਲੀਅਰ ਕਰਦੇ ਆ, ਆਈਲੈਟਸ ਦੀ ਟੈਸਟ ਕਲੀਅਰ ਕਰਦੇ ਆ, ਟੋਫਲ ਦੀ ਟੈਸਟ ਕਲੀਅਰ ਕਰਦੇ ਆ, ਤਾਂ ਉਹ ਕੀ ਹੁੰਦਾ ਹੈ, ਉਹ ਵੀ ਇੱਕ ਪ੍ਰਕਾਰ ਦੀ ਡਿਸਕ੍ਰਿਪਟਿਵ ਸਟੱਡੀ ਹੈ, ਜਿਹਨੂੰ ਆਪਾਂ ਡਿਸਕ੍ਰਿਪਟਿਵ ਸਟੱਡੀ ਆਖ ਸਕਦੇ ਆ। ਥੈਂਕ ਯੂ ਸੋ ਮਚ, ਧੰਨਵਾਦ। ਇਸ ਤੋਂ ਅੱਗੇ ਆਪਾਂ ਨੈਕਸਟ ਲੈਕਚਰ ਵਿੱਚ ਡਿਸਕਸ ਕਰਾਂਗੇ।